ਸਤੰਬਰ ਪ੍ਰੀਖਿਆ ਜਮਾਤ 9ਵੀਂ ਵਿਸ਼ਾ ਸਮਾਜਿਕ ਵਿਗਿਆਨ SST ਦਾ ਪੇਪਰ 6/10/2022 ਨੂੰ ਹੈਗਾ ਵਾ। 80 ਨੰਬਰ ਦਾ ਪੇਪਰ ਆਣਾ, 3 ਘੰਟੇ ਤੁਹਾਨੂੰ ਮਿਲਣਗੇ। ਭਾਗ ਊੜਾ ਤਾਂ ਬਹੁ ਵਿਕਲਪੀ ਪ੍ਰਸ਼ਨ ਦੇਖ ਲੈਂਦੇ ਹਾਂ। ਸਭ ਤੋਂ ਪਹਿਲਾ ਪ੍ਰਸ਼ਨ ਹੈ ਕਿ ਕਿਹੜਾ ਸ਼ਹਿਰ ਕਿਸੇ ਰਾਜ ਦੀ ਰਾਜਧਾਨੀ ਨਹੀਂ ਹੈ? ਤਾਂ ਅਹਿਮਦਾਬਾਦ। ਦੂਸਰਾ ਪ੍ਰਸ਼ਨ, ਹੇਠ ਲਿਖੇ ਵਿੱਚੋਂ ਕਿਹੜਾ ਜ਼ਿਲ੍ਹਾ ਕੌਮਾਂਤਰੀ ਸਰਹੱਦ ਨਾਲ ਨਹੀਂ ਲੱਗਦਾ? ਫਰੀਦਕੋਟ। ਕਿਹੜਾ ਪਰਬਤ ਸ਼੍ਰੇਣੀ ਹਿਮਾਲਿਆ ਨਹੀਂ ਹੈ? ਤਾਂ ਨੀਲਗਿਰੀ। ਅਗਲਾ ਪ੍ਰਸ਼ਨ, ਉਤਪਾਦਨ ਦਾ ਕਿਹੜਾ ਕਾਰਕ ਅਚਲ ਹੈ? ਤਾਂ ਭੂਮੀ। ਖੇਤੀਬਾੜੀ ਖੇਤਰ ਵਿੱਚ 5 ਤੋਂ 7 ਮਹੀਨੇ ਬੇਰੁਜ਼ਗਾਰ ਰਹਿੰਦੇ ਹਨ। ਇਸ ਬੇਰੁਜ਼ਗਾਰੀ ਨੂੰ ਕੀ ਕਹਿੰਦੇ ਹਨ? ਤਾਂ ਮੌਸਮੀ ਬੇਰੁਜ਼ਗਾਰੀ। ਅਗਲਾ ਪ੍ਰਸ਼ਨ, 6ਵਾਂ ਪ੍ਰਸ਼ਨ, 2011 ਦੀ ਜਨਗਣਨਾ ਅਨੁਸਾਰ ਭਾਰਤ ਦੀ ਜਨਸੰਖਿਆ ਤਾਂ ਦੋਸਤੋ ਦੇਖ ਸਕਦੇ ਹੋ ਕਿ 1210.19 ਮਿਲੀਅਨ। ਉਸ ਤੋਂ ਬਾਅਦ ਅਗਲਾ ਪ੍ਰਸ਼ਨ 7ਵਾਂ, ਰਿਗਵੇਦ ਦੇ ਅਨੁਸਾਰ ਪੰਜਾਬ ਦਾ ਨਾਂ ਕੀ ਸੀ? ਤਾਂ ਸਪਤ ਸਿੰਧੂ। ਮਾਲਵਾ ਖੇਤਰ ਕਿਹਨਾਂ ਨਦੀਆਂ ਦੇ ਵਿਚਕਾਰ ਹੈ? ਤਾਂ ਸਤਲੁਜ ਅਤੇ ਘੱਗਰ। ਅਗਲਾ ਪ੍ਰਸ਼ਨ, ਦੇਵੀ ਦੁਰਗਾ ਦੀ ਪੂਜਾ ਕਰਨ ਵਾਲਿਆਂ ਨੂੰ ਕੀ ਕਿਹਾ ਜਾਂਦਾ ਹੈ ਸੀ? ਤਾਂ ਉਹਨਾਂ ਨੂੰ ਸ਼ਾਕਤ ਕਿਹਾ ਜਾਂਦਾ ਸੀ। ਅਗਲਾ ਪ੍ਰਸ਼ਨ, ਭਾਈ ਲਹਿਣਾ ਜੀ ਜਿਹੜੇ ਸੀਗੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਲਈ ਕਿੱਥੇ ਗਏ? ਤਾਂ ਉਹ ਕਰਤਾਰਪੁਰ ਗਏ। ਪ੍ਰਸ਼ਨ 11ਵਾਂ, ਹੇਠ ਲਿਖਿਆਂ ਵਿੱਚੋਂ ਕਿਸ ਦੇਸ਼ ਨੇ ਦੁਨੀਆ ਦੇ ਦੇਸ਼ ਨੂੰ ਸੰਸਦੀ ਲੋਕ ਪ੍ਰਣਾਲੀ ਅਪਣਾਉਣ ਦੀ? ਤਾਂ ਫਰਾਂਸ। ਲੋਕਤੰਤਰ ਡੈਮੋਕ੍ਰੇਸੀ ਦਾ ਸ਼ਾਬਦਿਕ ਅਰਥ ਕੀ ਹੈ? ਲੋਕਾਂ ਦਾ ਸ਼ਾਸਨ। ਅਗਲਾ ਹੁਣ ਤੁਹਾਡਾ ਦੇਖ ਲੈਂਦੇ ਹਾਂ ਭਾਗ ਆੜਾ। ਠੀਕ ਹੈ, ਵਸਤੂਨਿਸ਼ਟ ਪ੍ਰਸ਼ਨ ਹਨ। ਭਾਰਤ ਦੇ ਉੱਤਰੀ, ਦੱਖਣੀ ਅਤੇ ਪੱਛਮੀ ਜਿਹੜੇ ਹੈਗੇ ਆ ਸਿਰਿਆਂ ਦੇ ਨਾਮ ਲਿਖੋ। ਤਾਂ ਉੱਤਰੀ ਸਿਰਾ ਦਫਦਾਰ, ਦੱਖਣੀ ਸਿਰਾ ਇੰਦਰਾ ਪੁਆਇੰਟ, ਪੂਰਬੀ ਸਿਰਾ ਜਿਹੜਾ ਆਪਣਾ ਕਿਊਬੂ ਅਤੇ ਪੱਛਮੀ ਸਿਰਾ ਆਪਣਾ ਗੁਹਾਰ ਮੋਤੀ। ਅਗਲਾ ਪ੍ਰਸ਼ਨ ਦੂਸਰਾ, ਕਿ ਪੰਜਾਬ ਦਾ ਸ਼ਾਬਦਿਕ ਅਰਥ ਕੀ ਹੈ? ਤਾਂ ਪੰਜਾਬ ਫਾਰਸੀ ਭਾਸ਼ਾ ਦੇ 2 ਸ਼ਬਦਾਂ ਪੰਜ ਪਲੱਸ ਆਬ ਤੋਂ ਸੁਮੇਲ ਤੋਂ ਬਣਿਆ ਹੈ, ਜਿਸ ਦਾ ਅਰਥ ਹੈ 5 ਦਰਿਆਵਾਂ ਦੀ ਧਰਤੀ। ਅਗਲਾ ਪ੍ਰਸ਼ਨ, ਕਿ ਭਾਰਤੀ ਉੱਤਰੀ ਮੈਦਾਨ ਦੀ ਜਿਹੜੀ ਹੈਗੀ ਆ ਮੋਟੋ ਤੌਰ 'ਤੇ ਲੰਬਾਈ ਜਿਹੜੀ ਹੈਗੀ ਆ ਅਤੇ ਚੌੜਾਈ ਕਿੰਨੀ ਹੈ? ਤਾਂ ਲੰਬਾਈ 2400 ਕਿਲੋਮੀਟਰ ਅਤੇ ਚੌੜਾਈ ਜਿਹੜੀ ਹੈਗੀ 150 ਤੋਂ 300 ਕਿਲੋਮੀਟਰ ਹੈ। ਉਸ ਤੋਂ ਬਾਅਦ ਹੈ ਕਿ ਖਾਡਰ ਜਾਂ ਫਿਰ ਬੈਟ ਤੋਂ ਕੀ ਭਾਵ ਹੈ? ਤਾਂ ਆਡਰ ਜਾਂ ਫਿਰ ਬੱਟ ਨਦੀਆਂ ਦੇ ਦੋਸਤੋ ਜਿਹੜੇ ਹੈਗੇ ਆ ਕੰਢਿਆਂ ਦੇ ਹੇਠਲਾ ਇਲਾਕਾ ਹੁੰਦਾ ਹੈ। ਇਹ ਨਵੀਂ ਜਲੰਡ ਜਿਹੜੀ ਮਿੱਟੀ ਦੇ ਮੈਦਾਨ ਹਨ ਜੋ ਹੜ੍ਹਾਂ ਦੇ ਵਿੱਚ ਪਾਈ ਆਉਣ ਕਾਰਨ ਜਿਹੜੇ ਹੈਗੇ ਬਣਦੇ ਹੈ। ਅਰਥ ਸ਼ਾਸਤਰ ਤੋਂ ਕੀ ਭਾਵ ਹੈ? ਇਹ ਮਨੁੱਖ ਦੇ ਉਸ ਵਿਵਹਾਰ ਦਾ ਅਧਿਐਨ ਹੈ ਜਿਹੜਾ ਇਹ ਦੱਸਦਾ ਹੈ ਕਿ ਕਿਸ ਤਰ੍ਹਾਂ ਦਾ ਇੱਕ ਮਨੁੱਖ ਆਪਣੀਆਂ ਅਸੀਮਿਤ ਲੋੜਾਂ ਨੂੰ ਸੀਮਿਤ ਸਾਧਨਾਂ ਨਾਲ ਪੂਰਾ ਕਰ ਸਕਦਾ ਹੈ। ਉਸ ਤੋਂ ਬਾਅਦ 2 ਕੁਦਰਤੀ ਸਾਧਨਾਂ ਦੇ ਨਾਂ ਦੱਸੋ। ਤਾਂ ਹਵਾ, ਮਿੱਟੀ ਅਤੇ ਪਾਈ। ਠੀਕ ਹੈ ਜੀ, ਅਤੇ ਅੱਗੇ ਹੈ ਹਵਾ, ਮਿੱਟੀ, ਪਾਣੀ ਇੱਥੇ ਹੋਊਗਾ, ਪਾਈ ਨਹੀਂ, ਪਾਣੀ ਹੋਊਗਾ ਇੱਥੇ। ਪੰਜਾਬ ਦੀ ਉੱਤਰੀ ਪੱਛਮੀ ਸੀਮਾਵਾਂ ਵਿੱਚ ਸਥਿਤ ਕਿਸੇ ਦੇ ਦਰਿਆ ਦੇ ਨਾਂ ਦੱਸੋ। ਤਾਂ ਦੇਖੋ ਖੈਬਰ ਕੁਰਮ ਟੋਚੀ। ਅਗਲਾ ਪ੍ਰਸ਼ਨ, ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਕਿਸੇ 2 ਪ੍ਰਮੁੱਖ ਬਾਣੀਆਂ ਦੇ ਨਾਂ ਦੱਸੋ। ਤਾਂ ਜਪਜੀ ਸਾਹਿਬ, ਵਾਰਮਾਜ ਅਤੇ ਆਪਣਾ ਵਾਰ ਮਲਾਰ। ਅਗਲਾ ਕੁਐਸਚਨ, ਮਸੰਤ ਪ੍ਰਥਾ ਤੋਂ ਕੀ ਭਾਵ ਹੈ? ਮਸੰਤ ਪ੍ਰਥਾ ਦਾ ਆਰੰਭ ਗੁਰੂ ਰਾਮਦਾਸ ਜੀ ਨੇ ਕੀਤਾ। ਗੁਰੂ ਰਾਮਦਾਸ ਜੀ ਦੇ ਦੁਆਰਾ ਆਪਣੇ ਕੁਝ ਪ੍ਰਤੀਨਿਧੀਆਂ ਨੂੰ ਸੰਗਤਾਂ ਤੋਂ ਭੇਟ ਇਕੱਠੀ ਕਰਨ ਲਈ ਭੇਜਿਆ ਜਾਂਦਾ ਸੀ। ਜਿਨ੍ਹਾਂ ਨੂੰ ਮਸੰਤ ਕਿਹਾ ਜਾਂਦਾ ਸੀਗਾ, ਇਹਨਾਂ ਦਾ ਮੁੱਖ ਕੰਮ ਸੰਗਤ ਦੇ ਸਮੂਹਿਕ ਮਸਲਿਆਂ ਦਾ ਹੱਲ ਕਰਨਾ ਅਤੇ ਉਹਨਾਂ ਨੂੰ ਗੁਰੂ ਘਰ ਨਾਲ ਜੋੜਨਾ ਸੀ। ਅਗਲਾ ਪ੍ਰਸ਼ਨ ਹੈ, ਅੱਜ ਕੱਲ੍ਹ ਦੁਨੀਆ ਦੇ ਜ਼ਿਆਦਾਤਰ ਦੇਸ਼ ਵਿੱਚ ਕਿਹੜੀ ਸ਼ਾਸਨ ਪ੍ਰਣਾਲੀ ਅਪਣਾਈ ਜਾ ਰਹੀ ਹੈ? ਤਾਂ ਲੋਕਤੰਤਰੀ ਸ਼ਾਸਨ ਪ੍ਰਣਾਲੀ। ਲੋਕਤੰਤਰੀ ਸ਼ਾਸਨ ਪ੍ਰਣਾਲੀ ਦੇ ਹਰਮਨ ਪਿਆਰਾ ਹੋਣ ਦੇ 2 ਕਾਰਨ ਲਿਖੋ। ਤਾਂ ਇਸ ਵਿੱਚ ਸਾਰੇ ਵਿਅਕਤੀਆਂ ਨੂੰ ਵਿਚਾਰ ਪ੍ਰਗਟਾਉਣ ਅਤੇ ਆਲੋਚਨਾ ਕਰਨ ਦਾ ਅਧਿਕਾਰ ਹੁੰਦਾ ਹੈ। ਅਗਲਾ ਪ੍ਰਸ਼ਨ, ਕਿ ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਕਿਹੜੇ ਸ਼ਬਦਾਂ ਨਾਲ ਜਿਹੜੀ ਹੈਗੀ ਸ਼ੁਰੂ ਹੁੰਦੀ ਹੈ? ਤਾਂ ਅਸੀਂ ਭਾਰਤ ਦੇ ਲੋਕ ਹਾਂ, ਇਸ ਤਰ੍ਹਾਂ ਦਾ ਹੁੰਦਾ। ਭਾਗ ਈੜੀ। ਤਾਂ ਹੁਣ ਦੇਖਦੇ ਹਾਂ ਇਸ ਭਾਗ ਦੇ 8 ਉਪ ਭਾਗ ਪ੍ਰਸ਼ਨ ਹਨ। ਪ੍ਰਸ਼ਨ 3 ਅੰਕ ਦਾ ਹੈ। ਹਰੇਕ ਪ੍ਰਸ਼ਨ ਦਾ ਉੱਤਰ ਲਗਭਗ 30 ਤੋਂ 50 ਸ਼ਬਦਾਂ ਵਿੱਚ ਦੇਣਾ ਵਾ। ਤਾਂ ਦੇਖੋ ਸਾਰਕ ਬਾਰੇ ਇੱਕ ਸੰਖੇਪ ਨੋਟ ਲਿਖੋ। SAARC। ਤਾਂ ਦੇਖੋ ਸਾਰਕ ਦਾ ਪੂਰਾ ਨਾਮ ਜਿਹੜਾ ਹੈਗਾ ਵਾ ਕੀ ਹੈ? ਦੱਖਣ ਏਸ਼ੀਆਈ ਖੇਤਰ ਸਹਿਯੋਗ ਸੰਗਠਨ ਹੈ। ਸਾਰਕ ਦੱਖਣੀ ਏਸ਼ੀਆ ਦੇ 8 ਦੇਸ਼ਾਂ ਭਾਰਤ, ਪਾਕਿਸਤਾਨ, ਅਫਗਾਨਿਸਤਾਨ, ਬੰਗਲਾਦੇਸ਼, ਭੂਟਾਨ, ਮਾਲਦੀਵ, ਸ਼੍ਰੀਲੰਕਾ ਅਤੇ ਨੇਪਾਲ ਦਾ ਸਮੂਹ ਹੈ। ਇਹ ਸੰਗਠਨ 8 ਦਸੰਬਰ 1985 ਨੂੰ ਬਣਿਆ। ਇਸ ਸੰਗਠਨ ਦਾ ਮੁੱਖ ਉਦੇਸ਼ ਦੱਖਣੀ ਏਸ਼ੀਆ ਦੇ ਦੇਸ਼ ਵਿੱਚ ਸਹਿਯੋਗ ਅਤੇ ਸ਼ਾਂਤੀ ਸਥਾਪਿਤ ਕਰਨਾ ਹੈ। ਇਸ ਦਾ ਜਿਹੜਾ ਮੁੱਖ ਦਫ਼ਤਰ ਹੈ ਉਹ ਕਾਠਮਾਂਡੂ ਯਾਨੀ ਕਿ ਨੇਪਾਲ ਦੇ ਵਿੱਚ ਹੈ। ਅਗਲਾ ਪ੍ਰਸ਼ਨ, ਕਿ ਪੰਜਾਬ ਦੀ ਜਿਹੜੀ ਹੈਗੀ ਭੂਗੋਲਿਕ ਸਥਿਤੀ ਆਂਢ ਗੁਆਂਢ ਬਾਰੇ ਦੱਸੋ। ਤਾਂ ਦੇਖੋ ਪੰਜਾਬ ਭਾਰਤ ਦੇ ਉੱਤਰ ਪੱਛਮ ਵਿੱਚ ਸਥਿਤ ਪੰਜਾਬ 29 ਡਿਗਰੀ 30 ਮਿੰਟ ਉੱਤਰੀ ਅਕਾਂਸ਼ ਤੋਂ ਲੈ ਕੇ 32 ਡਿਗਰੀ 32 ਉੱਤਰ ਅਕਾਂਸ਼ ਤੱਕ, 73 ਡਿਗਰੀ 55 ਡਿਗਰੀ ਪੂਰਬ ਤੋਂ ਲੈ ਕੇ 76 ਡਿਗਰੀ 75 ਡਿਗਰੀ ਪੂਰਬ ਵਿੱਚ ਸਥਿਤ ਹੈ। ਇਸ ਦੇ ਪੱਛਮ ਵੱਲ ਪਾਕਿਸਤਾਨ, ਉੱਤਰ ਵੱਲ ਜੰਮੂ ਅਤੇ ਲਦਾਖ, ਉੱਤਰ ਪੂਰਬ ਵੱਲ ਹਿਮਾਚਲ ਪ੍ਰਦੇਸ਼, ਦੱਖਣ ਵੱਲ ਹਰਿਆਣਾ ਅਤੇ ਦੱਖਣ ਪੱਛਮ ਵੱਲ ਰਾਜਸਥਾਨ ਰਾਜ ਆਉਂਦੇ ਹਨ। ਪੰਜਾਬ ਦਾ ਕੁੱਲ ਖੇਤਰਫਲ 50,362 ਵਰਗ ਕਿਲੋਮੀਟਰ ਹੈ। ਖੇਤਰਫਲ ਦੇ ਲਿਹਾਜ਼ ਨਾਲ ਪੰਜਾਬ ਭਾਰਤ ਦੇ 28 ਰਾਜਾਂ ਵਿੱਚੋਂ 20ਵੇਂ ਨੰਬਰ 'ਤੇ ਆਉਂਦਾ ਹੈ।
उस तो बाद है कि मध्य हिमालय बारे एक नोट लिखो। तो देखो उत्तर इसका की है कि इस पर्वत श्रेणी ਨੂੰ अंदरूनी हिमालय ਜਾਂ ਫਿਰ ਹਿਮਾਦਰੀ भी कहा जाता है। इस श्रेणी की औसत उचाई जी है वो 6100 मीटर और लंबाई जी है 2400 किलोमीटर तक है। संसार की सब तो उच्ची पर्वत चोटी जी हैगी अपनी सब तो उच्ची चोटी कि है माउंट एवरेस्ट, ठीक है जी, 8848 मीटर, ठीक है जी। तो उस तो बाद पर्वत लड़ी विच है ये कई महत्वपूर्ण वरे जिमें कि जोजिला, बड़ा लाचा ला, शिपकी ला, नाथूला, जिलपला आदि इसके पर्वत श्रेणी में स्थित हैं। अगे है अपना प्रश्न कि बहुफसली विधि की है। तो एक साल में भूमि के एक टुकड़े ते एक तो ज़्यादा फसलां उगाउण की विधि नूं बहुफसली विधि कहते हैं। यह भूमि के एक टुकड़े के पैदावार बढ़ाउण का तरीका है। यह सब ट्यूबवैल और किसानों नूं लगातार बिजली की पूर्ति होने कारण संभव होया सकिया है। पंजाब नूं भारत का प्रवेश द्वार क्यों कहा जाता है? तो देखो पंजाब के जिहड़े उत्तर पश्चिम विच जिहड़ा हैगा वा सुलेमान और किरथार दीयां पहाड़ियां विच कई तरह के स्थित हैं, ठीक है जी, कई दरे स्थित हैं जिन्हां विचों विदेशी हमलावर लंघ के भारत पर हमला करते सन। 18वीं सदी तक सारे हमलावर इन्हां दरिया राहीं भारत पर हमला करते रहे हैं। सब तो पहला अगे बढ़न लई उन्हां नूं पंजाब के लोगों नाल संघर्ष करना पैंदा सी। इस तरह पंजाब भारत लई प्रवेश द्वार की भूमिका निभाउंदा रहा है। अगे है अपना प्रश्न 16वीं सदी के आरंभ में औरतों की स्थिति बारे नोट लिखो। तो देखो 16वीं सदी के आरंभ में समाज में औरतों की दशा चंगी नहीं सी। मुस्लिम औरतों को घर की चार दीवारी अंदर रखा जाता सी। वो बुरका पाउंदियां सन और उन्होंने पढ़न का अधिकार भी नहीं सी। अमीर लोग कई औरतों नाल विआह करते सन, उन्होंने खरीदिया और वेचिया भी जाता सीगा। हिंदू समाज में जन्म लैण समय ही लड़की नूं मार दिता जाता सी और बाल विवाह जिहड़ी है अपनी सती प्रथा प्रचलित सी उस वक्त। अमृतसर की स्थापना के नोट लिखो। अमृतसर की स्थापना श्री गुरु रामदास जी ने की सी। उन्होंने 1577 ईस्वी में बाबा बुढ़ा जी के निगरानी हेठ अमृत सरोवर की खुदाई का काम शुरू करवाया। उन्होंने सिखां नूं उत्थे जाके वसण का आदेश दिता। गुरु जी के आदेश अनुसार इत्थे 52 व्यापारी आके वस गए जिन्होंने इत्थे अपना कारोबार शुरू किया। हौली हौली इत्थे एक बाजार बन गया जिस नूं गुरु का बाजार कहा जान लगा। इस नूं रामदासपुरा, ठीक है, चक गुरु या फिर दोस्तों चक गुरु रामदास नां दे नाल भी जानिया जाता है। बाद में इसका नाम अमृत सरोवर तो अमृतसर पै गया। अगे है 8वां प्रश्न सर्वव्यापक बालग मौत नहीं दोस्तों थे मत आना सही कर लियो। अधिकार तो की भाव है? तो सारे नागरिकों को रंग नस्ल जाति जन्म धर्म ते लिंग के वितकरे तो बिना एक निश्चित उम्र ते पहुँचण ते वोट का अधिकार दे दिता जाता है। इस नूं सर्वव्यापक बालग मत अधिकार कहते हैं। भारत में 18 साल की उम्र प्राप्त करने तो बाद सब नूं वोट पाउण का अधिकार दिता गया है। अगे है दोस्तों तुहाडा भाग सस्सा। तो देखो प्रश्न नंबर 4 विचों 8 भाग प्रश्न हैं। हरेक प्रश्न का 4 अंक है। विद्यार्थियों को 8 प्रश्नों में कोई 4 प्रश्न करने हैं। हरेक प्रश्न का उत्तर 80 तो 100 शब्दों में दो, ठीक है जी। इत्थे 4 करने को कहा गया वा, ठीक है। 8 प्रश्न हैं, 8 प्रश्न के विचों 4 करने हैं, बट आप 8 ही करांगे तुहाडी रिवीजन लई, ठीक है। तो देखो दोस्तों सब तो पहला प्रश्न की है कि पंजाब के भूगोलिक इतिहास की जानकारी दो। तो देखो पंजाब फारसी भाषा के 2 शब्द अपने जिहड़े है पंज ते आप तो मिलकर बनया है जिसका अर्थ है 5 दरियावां की धरती। ऋग्वेद में पंजाब नूं सप्त सिंधु या फिर 7 दरियावां की जिहड़ी हैगी अपनी धरती जिहड़ी हैगी कहा जाता सी, ठीक है। तो पुराणियां विच दोस्तों जिहड़ा है पंजाब नूं पंचनद अते दोस्तों यूनानियां ने इस नूं जिहड़ा है पैंटापोटामिया का नाम दिता जिसका अर्थ है 5 दरियावां की धरती। एक टक्की कबीले के लोगों ने इसनूं टक प्रदेश का नाम दिता अते महाराजा रणजीत सिंह के समय इस नूं लाहौर सूबे वजों भी जानिया जाता सीगा, ठीक है जी। तो भारत के दोस्तों आ थोड़ा जिहा तुसीं अपने अकॉर्डिंग दोस्तों इसनूं होर भी वड्डा कर सकते हो। अगर तुहाडी गाइड या फिर बुक के विच आंसर दिता होगा तो इसनूं थोड़ा जिहा होर वड्डा करके लिखो, इन्ना ही ना लिख दिओ क्योंकि दोस्तों ये 4 नंबर दा वा इसनूं थोड़ा जिहा वड्डा करिओ, ठीक है जी। तो यह थोड़ा जिहा छोटे दे विच लिखा है तुसीं अपनी इसनूं गाइड दे विच देख लेना। अगला प्रश्न है दोस्तों भारत के तटवर्ती मैदानों का वर्णन करो। तो देखो दोस्तों पहला की आंसर है कि भारत के तटी मैदानों नूं दोस्तों 2 भागों में वंडिया जाता है, ठीक है जी। तो पश्चिमी तट के मैदान तो उत्तरी विच जिहड़े है कुछ दे चंगिस्तान तो लैके दक्षिण विच कन्याकुमारी तक औसतन 65 किलोमीटर चौड़े पश्चिमी तट के तटी मैदानों नूं दोस्तों 4 प्रमुख हिस्सों में वंडिया गया है। गुजरात का मैदान, ठीक है जी अपना, तो कोकण का मैदान, तो कर्नाटक का मैदान और केरल का तटवर्ती मैदान। अगे दोस्तों तुहाडा गुजरात का मैदान कुछ तो दोस्तों सौराष्ट्र विच दोस्तों जिहड़ी हुंदी है सौराष्ट्र विच दी हुंदा होया दोस्तों खंभात दी खाड़ी तक तटवर्ती हिस्से विच चलदा है। कोकण का मैदान दोस्तों दमन तो गोवा तक 500 किलोमीटर लंबा मैदान है। मुंबई इस तट उपर दोस्तों अहम बंदरगाह है, ठीक है जी। तो कोकण जिहड़ा है तट नूं दोस्तों जिहड़ा है काजवाली या फिर दोस्तों कनाडा भी आख्या जाता है, ठीक है जी। तो अपना मालाबार का तटवर्ती मैदान दोस्तों मैंगलोर तो लैके कन्याकुमारी तक
फैलिया होया है। इस दी सब तो वड्डी झील जिहड़ा हैगा वा बेबानंद है। उस तो बाद हैगा पूर्वी तट के मैदान, यानी कि पूर्वी विच दोस्तों पश्चिमी बंगाल उड़ीसा तो लैके कन्याकुमारी तक पूर्वी तट के मैदान जिहड़े हैगे हन। यह मैदान दोस्तों पूर्व दिशा विच वगन वालियां नदियां महानदी गोदावरी कृष्णा कावेरी अते उन्हां दीयां जिहड़ियां कि सहायक नदियां द्वारा बिछाई गई जिहड़ी है जलंड मिट्टी नूं नाल बनया होया है। इस मैदान विच जिहड़ा हैगा पुलकिट झील प्रसिद्ध झील है। उड़ीसा विच खारे पाई दी जिहड़ी हैगा झिलका झील भारत का सब तो वड्डी झील है। अगे है दोस्तों तुहाडा प्रश्न, हरी क्रांति तो की भाव है? यह कि दोस्तों किवें संभव हुई? हरी क्रांति के शब्दों राही दोस्तों क्रांति के सुमेल तो बनया है। हरी का अर्थ है दोस्तों हरियाली और क्रांति का अर्थ है इन्नी तेजी नाल होने वाला परिवर्तन कि सब हैरान रह जाए। इस शब्द का प्रयोग दोस्तों खेती के उत्पादन में होने वाली उन्नति लई जिहड़ा हैगा कीता गया। भारत में योजनावां की अवधि दौरान दोस्तों अपनाए गए खेती सुधारां के कारण 1967 विच दोस्तों 88 विच ठीक है जी अनाज के उत्पादन में जिहड़ा हैगा 1966 ते 67 की तुलना में जिहड़ा हैगा वा लगभग जिहड़ा हैगा 25% वाधा होया। किसी एक साल में दोस्तों उत्पादन में इन्ना ज़्यादा वाधा किसी क्रांति तो दोस्तों घट नहीं सी। यह सब खेती में नवीं तकनीकां अपनाउण कारण संभव होया, इसलिए इसनूं हरी क्रांति का नाम जिहड़ा दिता गया। ठीक है जी, नवे तरीके नाल खेती की गई तो उत्पादन दे विच वाधा है, इसलिए दोस्तों उसनूं हरी क्रांति कहते हैं। चौथा प्रश्न, भारत सरकार द्वारा सिक्ख्या के प्रसार लई कदम चुके गए हैं। तो देखो इसका उत्तर की बनेगा, तो जिहड़ा हैगा अपना 11वीं 5 साल योजना विच सरकार वालों सिक्ख्या संस्थावां लई जिहड़ा हैगा 3766.90 करोड़ रुपए खर्च किए गए। सिक्ख्या संस्थावां की संख्या में दोस्तों 4 गुना वाधा किया गया। तो भारत के लगभग दोस्तों 5 लाख पिंडां में प्राइमरी स्कूल का विस्तार होया। ठीक है, सर्व सिक्ख्या अभियान अधीन 6 तो 14 साल की उम्र के बच्चों को दोस्तों लाजमी एलीमेंटरी सिक्ख्या प्रदान करने का एक महत्वपूर्ण कदम है। बच्चों के भोजन पद्धर को सुधारने दोस्तों स्कूल में मिड डे मील की स्कीम लागू की गई। सारे जिलों में दोस्तों नवोदय स्कूल खोले जाने का जिहड़ा हैगा टीचा भी मिथ्या है। ठीक है जी, तो हुण अगे तुहाडा है कि पंजाब दीयां जिहड़ियां हैगियां भूगोलिक विशेषतावां दा वर्णन करो। भूगोलिक दृष्टिकोण दोस्तों पंजाब नूं 3 भागां विच जिहड़ा हैगा वंडिया जा सकदा। हिमालय अते उस दीयां उत्तर पश्चिमी पहाड़ियां उप पर्वती खेतर ते मैदानी खेतर विच वंडिया जाता है। तो देखो दोस्तों हिमालय अते उस दीयां जिहड़ियां हैगियां ने उत्तर पश्चिमी पर्वत लड़ियां हिमालय नूं बर्फ का जिहड़ा हैगा घरा भी जिहड़ा हैगा कहा जाता है। यह भारत के दोस्तों जिहड़े हैगे आ ठीक है जी उत्तर पश्चिम विच स्थित है। इसकी लंबाई पश्चिम तो पूरब विच लगभग 2400 किलोमीटर अते है। ठीक है, अते उत्तर दक्षिण वल चौड़ाई जिहड़ी है लगभग 250 किलोमीटर है। हम जिहड़ा हिमालय विच दोस्तों संसार की सब तो उच्ची चोटी माउंट एवरेस्ट स्थित है। उचाई के जिहड़े हिसाब नाल असीं हिमालय पर्वत नूं 3 भागां महान हिमालय, मध्य हिमालय ते बहारी जिहड़े हिमालय विच वंडदे हां। पंजाब के उत्तर पश्चिम विच हिमालय दीयां सुलेमान अते दोस्तों किरथार पर्वत शाखावां हन। इन्हां विच कई जिहड़े हैगे दंद बने हुए हैं। इत्थे दोस्तों खैबर करम टोची गोमल ते बुलान जिहड़े हैगे चच्चे भी प्रसिद्ध हैं, दच्चे भी प्रसिद्ध हैं। तो पश्चिमी अते दोस्तों मध्य एशियाई के देशों ते विदेशी हमलावर इन्हां दरिया राही दोस्तों जिहड़े हैगे पंजाब होए ठीक है जी भारत ते हमला करते सन। इन्हां दरिया राही दोस्तों जिहड़ा हैगा भारत दा मध्य एशिया नाल व्यापार जिहड़ा हैगा हुंदा है। उस तो बाद है दूसरा उप पर्वती खेतर हिमालय दीयां दोस्तों पीर पंजाल शाखावां दे दक्षिण विच शिवालिक अते कसौली दीयां पहाड़ियां दे दुलानी खेतर नूं पंजाब दी जिहड़ी हैगी तराई दा या फिर उप पर्वती खेतर कहा जाता है। इत्थे दीयां पहाड़ियां नूं जिहड़ा हैगा वा 1000 तो 3000 फुट उच्चियां हन। इत्थे दी मिट्टी रेतली अते पथरीली जिहड़ी पथरीली होने कारण घट उपजाऊ है। यह इलाका कुदरती सुंदरता नाल भरपूर है। अगे है मैदानी भाग पंजाब के उप पर्वती खेतर के हेठां दक्षिण वाले पासे सिंध नदी तो लैके जमुना नदी तक मैदानी खेतर है। इत्थे दी जिहड़ी हैगी आ मिट्टी जिहड़ी हैगी जलोडी है। इस नूं मुख 3 भागां विच वंडिया जाता है। ठीक है जी, जिवें कि 5 दुआब दे 2 नदियां दे विचकार दोस्तों भूमि के दुआब नूं कहंदे हन। ठीक है जी, तो पंजाब नूं दोस्तों पंजाब दुआबिया भी जिहड़ा हैगा वंडिया गया है। तो ये दोस्तों जिवें कि तुसीं देख सकते हो कि किहड़े-किहड़े हैं। सब तो पहला है दोस्तों सिंध सागर दुआब, यह सिंध ते जहलम नदी के विचकार दोस्तों फैलिया होया जो घट उपजाऊ है। ठीक है जी, तो ये दोस्तों जिवें कि इन्होंने दस्सिया होया कि चज दुआब यह दोस्तों जिहड़ा हैगा वा जहलम ते दोस्तों चनाब नदियां के विचकार जिहड़ा हैगा इलाका है जो सिंध तो उपजाऊ है। ठीक है जी, तो अपना तीसरा रचना दुआब दोस्तों यह रावी अते दोस्तों चनाब के विचकारला इलाका है जो दोस्तों बहुत ही उपजाऊ है। तो उस तो बाद दोस्तों देख सकते हो कि अगला है ये कि बारी दुआब तो दोस्तों यह ब्यास ते रावी ते दरिया के विचकार दोस्तों उपजाऊ इलाका है जिसनूं माझा भी कहा जाता है। अगला है दोस्तों अपना बिस्त जलंधर दुआब तो दोस्तों यह ब्यास अते सतलुज का विचकारला इलाका है। इसनूं दोस्तों दुआब
ਜਿਹੜਾ ਹੈਗਾ ਕਿਹਾ ਜਾਂਦਾ ਹੈ। ਇਹ ਦੋਸਤੋ ਬਹੁਤ ਉਪਜਾਊ ਹੈ। ਤੇ ਅੱਗੇ ਦੋਸਤੋ ਮਾਲਵਾ ਤੋਂ ਜਿਹੜਾ ਹੈਗਾ ਵਾ ਬਾਂਗਰ, ਤਾਂ ਇਹਦਾ ਪਹਿਲਾ ਹੈਗਾ ਦੋਸਤੋ ਮਾਲਵਾ ਸਤਲੁਜ ਅਤੇ ਘੱਗਰ ਨਦੀਆਂ ਦੇ ਵਿਚਕਾਰ ਜਿਹੜੇ ਹੈਗੇ ਆ ਦੋਸਤੋ ਫੈਲੇ ਪ੍ਰਦੇਸ਼ ਨੂੰ ਦੋਸਤੋ ਮਾਲਵਾ ਕਹਿੰਦੇ ਹਨ। ਲੁਧਿਆਣਾ, ਪਟਿਆਲਾ, ਨਾਭਾ, ਸੰਗਰੂਰ, ਫਰੀਦਕੋਟ, ਬਠਿੰਡਾ ਇਸ ਦੇ ਪ੍ਰਸਿੱਧ ਸ਼ਹਿਰ ਹਨ। ਤੇ ਦੋਸਤੋ ਤੁਸੀਂ ਕਿੱਥੇ, ਤੁਹਾਡਾ ਕਿਹੜਾ ਸ਼ਹਿਰ ਆ, ਤੁਸੀਂ ਕਮੈਂਟਸ ਬਾਕਸ ਵਿੱਚ ਦੱਸ ਸਕਦੇ ਹੋ। ਤੇ ਦੋਸਤੋ ਬਾਂਗਰ ਘੱਗਰ ਅਤੇ ਯਮੁਨਾ ਨਦੀ ਦੇ ਦੋਸਤੋ ਵਿਚਕਾਰਲੇ ਇਲਾਕੇ ਨੂੰ ਬਾਂਗਰ ਕਿਹਾ ਜਾਂਦਾ ਹੈ। ਇਸ ਨੂੰ ਹਰਿਆਣਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਠੀਕ ਹੈ ਜੀ। ਤੇ ਅੰਬਾਲਾ, ਕੁਰੂਕਸ਼ੇਤਰ, ਪਾਣੀਪਤ, ਇੱਥੇ ਪਾਣੀਪਤ ਲਿਖਿਆ ਹੋਇਆ, ਪਾਣੀਪਤ ਆਊਗਾ ਇੱਥੇ। ਤੇ ਜਿੰਦ, ਰੋਹਤਕ, ਕਰਨਾਲ ਇਸ ਦੇ ਪ੍ਰਮੁੱਖ ਸ਼ਹਿਰ ਹਨ। ਠੀਕ ਹੈ ਜੀ। ਤੇ ਅੱਗੇ ਹੈ ਦੋਸਤੋ ਤੁਹਾਡਾ ਦੱਖਣ ਪੱਛਮ ਦੇ ਮਾਰੂਥਲ ਪੰਜਾਬ ਦੀਆਂ ਜਿਹੜੀਆਂ ਹੈਗੀਆਂ ਦੁਆਬੀਆਂ ਦੇ ਹੇਠਲੇ ਪਾਸੇ ਦੱਖਣ ਪੱਛਮ ਦੇ ਵਿੱਚ ਘੱਟ ਵਰਖਾ ਵਾਲਾ ਰੇਤਲਾ ਇਲਾਕਾ ਹੈ। ਹੁਣ ਇਹ ਪਾਕਿਸਤਾਨ ਵਿੱਚ ਹੈ। ਮੌਜੂਦਾ ਪੰਜਾਬ ਵਿੱਚ ਜਿਹੜਾ ਹੈਗਾ ਫਾਜ਼ਿਲਕਾ, ਮੁਕਤਸਰ, ਬਠਿੰਡਾ ਤੇ ਮਾਨਸਾ ਦੇ ਕੁਝ ਭਾਗ ਇਸ ਖੇਤਰ ਵਿੱਚ ਸ਼ਾਮਿਲ ਹਨ। ਤੇ ਅੱਗੇ ਹੈ ਦੋਸਤੋ ਤੁਹਾਡਾ ਪ੍ਰਸ਼ਨ, ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦੇ ਜਿਹੜੇ ਹੈਗੇ ਕੀ ਕਾਰਨ ਸੀਗੇ, ਵਰਣਨ ਕਰੋ। ਤਾਂ ਦੇਖੋ ਸਿੱਖ ਜਿਹੜੇ ਹੈਗੇ ਸਿੱਖ ਪੰਥ ਦਾ ਵਿਸਤਾਰ, ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਹਰਿਮੰਦਰ ਸਾਹਿਬ ਦਾ ਨਿਰਮਾਣ, ਤਰਨ ਤਾਰਨ, ਕਰਤਾਰਪੁਰ, ਹਰਗੋਬਿੰਦ ਨਗਰ ਦੀ ਸਥਾਪਨਾ ਅਤੇ ਆਦਿ ਗ੍ਰੰਥ ਸਾਹਿਬ ਜੀ ਦੀ ਜਿਹੜੀ ਹੈਗੀ ਆਪਣੀ ਸੰਪਾਦਨਾ ਕਰਨ ਜਿਹੜਾ ਹੈਗਾ ਸਿੱਖ ਧਰਮ ਸੀਗਾ ਉਹ ਬਹੁਤ ਤੇਜ਼ੀ ਨਾਲ ਫੈਲ ਰਿਹਾ ਸੀਗਾ। ਦਸਵੰਧ ਪ੍ਰਥਾ ਦੇ ਕਾਰਨ ਗੁਰੂ ਘਰ ਦੀ ਆਮਦਨ ਵਿੱਚ ਵੀ ਵਾਧਾ ਹੋ ਰਿਹਾ ਸੀ। ਗੁਰੂ ਜੀ ਦੇ ਵੱਧਦੇ ਪ੍ਰਭਾਵ ਤੋਂ ਜਹਾਂਗੀਰ ਨੇ ਠੀਕ ਹੈ ਰਾਜਨੀਤਿਕ ਖਤਰਾ ਮਹਿਸੂਸ ਹੋਇਆ। ਠੀਕ ਹੈ ਉਸਨੂੰ। ਤੇ ਉਸ ਤੋਂ ਬਾਅਦ ਹੈ ਪ੍ਰਿਥਵੀ ਚੰਦ ਦੀ ਦੁਸ਼ਮਣੀ। ਆਪਣਾ ਦੋਸਤੋ ਪ੍ਰਿਥਵੀ ਗੁਰੂ ਅਰਜਨ ਦੇਵ ਜੀ ਦਾ ਸਭ ਤੋਂ ਵੱਡਾ ਭਰਾ ਸੀਗਾ। ਠੀਕ ਹੈ ਜੀ। ਤੇ ਉਹ ਵੱਡਾ ਹੋਣ ਕਰਕੇ ਦੋਸਤੋ ਉਹ ਜਿਹੜਾ ਹੈਗਾ ਗੁਰਗੱਦੀ ਤੇ ਦੋਸਤੋ ਆਪਣਾ ਹੱਕ ਸਮਝਦਾ ਸੀਗਾ ਜਿਹੜਾ ਪ੍ਰਿਥਵੀ ਚੰਦ ਸੀਗਾ। ਠੀਕ ਹੈ ਜੀ। ਤੇ ਉਸ ਨੂੰ ਨਾ ਮਿਲਣ ਕਰਕੇ, ਗੁਰਗੱਦੀ ਨਾ ਮਿਲਣ ਕਰਕੇ ਠੀਕ ਹੈ ਜੀ, ਤਾਂ ਉਹ ਗੁਰੂ ਜੀ ਦੇ ਦੁਸ਼ਮਣ ਬਣ ਗਿਆ ਤੇ ਉਹਨਾਂ ਵਿਰੁੱਧ ਸਾਜ਼ਿਸ਼ਾਂ ਕਰਨ ਲੱਗਿਆ। ਠੀਕ ਹੈ। ਤੇ ਅੱਗੇ ਹੈ ਚੰਦੂ ਸ਼ਾਹ ਦਾ ਵਿਰੋਧ। ਚੰਦੂ ਸ਼ਾਹ ਲਾਹੌਰ ਦੇ ਦਰਬਾਰ ਵਿੱਚ ਦੋਸਤੋ ਪ੍ਰਭਾਵਸ਼ਾਲੀ ਅਧਿਕਾਰੀ ਸੀਗਾ। ਉਸ ਦੀ ਪੁੱਤਰੀ ਦਾ ਰਿਸ਼ਤਾ ਦੋਸਤੋ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਜਿਹੜੇ ਹੈਗੇ ਆ ਪੁੱਤਰ ਹਰਗੋਬਿੰਦ ਨਾਲ ਹੋਣਾ ਤੈਅ ਹੋਇਆ ਸੀ। ਪਰ ਹਿੰਦੂ ਸ਼ਾਹ ਦੇ ਹੰਕਾਰ ਦੇ ਕਾਰਨ ਠੀਕ ਹੈ ਗੁਰੂ ਜੀ ਨੇ ਸਿੱਖ ਸੰਗਤ ਦੀ ਸਲਾਹ ਮੰਨਦੇ ਹੋਏ ਰਿਸ਼ਤਾ ਕਰਨ ਤੋਂ ਸਾਫ਼ ਜਿਹੜਾ ਹੈਗਾ ਇਨਕਾਰ ਕਰ ਦਿੱਤਾ। ਚੰਦੂ ਸ਼ਾਹ ਨੇ ਇਸ ਨੂੰ ਦੋਸਤੋ ਆਪਣਾ ਜਿਹੜਾ ਹੈਗਾ ਅਪਮਾਨ ਸਮਝਿਆ। ਠੀਕ ਹੈ ਜੀ। ਅਤੇ ਗੁਰੂ ਜੀ ਦਾ ਵਿਰੋਧੀ ਬਣੇ। ਤਾਂ ਚੌਥਾ ਪੁਆਇੰਟ ਕੀ ਹੈ, ਜਹਾਂਗੀਰ ਦੀ ਧਾਰਮਿਕ ਅਸਹਿਣਸ਼ੀਲਤਾ। ਜਹਾਂਗੀਰ ਇੱਕ ਕੱਟੜ ਮੁਸਲਮਾਨ ਸੀ। ਜਹਾਂਗੀਰ ਨੂੰ ਗੁਰੂ ਅਰਜਨ ਦੇਵ ਜੀ ਦੇ ਵੱਧਦੇ ਪ੍ਰਭਾਵ ਨਾਲ ਈਰਖਾ ਹੋਣ ਲੱਗੀ ਤੇ ਉਹ ਠੀਕ ਹੈ ਮਿੱਖ ਮਤ ਦੇ ਵਿਸਥਾਰ ਨੂੰ ਰੋਕਣਾ ਚਾਹੁੰਦਾ ਸੀ। ਤਤਕਾਲੀ ਕਾਰਨ ਖੁਸਰੋ ਨੇ ਰਾਜਗੱਦੀ ਪ੍ਰਾਪਤ ਕਰਨ ਲਈ ਆਪਣੇ ਪਿਤਾ ਜਹਾਂਗੀਰ ਵਿਰੁੱਧ ਵਿਦਰੋਹ ਕਰ ਦਿੱਤਾ ਸੀ। ਤੇ ਕਿਹਾ ਜਾਂਦਾ ਹੈ ਕਿ ਬਈ ਜਿਹੜਾ ਖੁਸਰੋ ਗੁਰੂ ਜੀ ਨੇ ਗੋਇੰਦਵਾਲ ਵਿਖੇ ਮਿਲਿਆ। ਸਿੱਖ ਮਰਿਆਦਾ ਅਨੁਸਾਰ ਗੁਰੂ ਜੀ ਨੇ ਉਸ ਦਾ ਗੁਰੂ ਘਰ ਆਉਣ ਤੇ ਆਦਰ ਮਾਣ ਕੀਤਾ ਤੇ ਲੰਗਰ ਛਕਾਇਆ। ਪਰ ਗੁਰੂ ਜੀ ਦੇ ਵਿਰੋਧੀਆਂ ਨੇ ਜਹਾਂਗੀਰ ਨੂੰ ਕੰਨ ਭਰ ਦਿੱਤੇ। ਜਹਾਂਗੀਰ ਨੇ ਖੁਸਰੋ ਦੀ ਸਹਾਇਤਾ ਕਰਨ ਦੇ ਅਪਰਾਧ ਵਿੱਚ ਗੁਰੂ ਅਰਜਨ ਦੇਵ ਜੀ ਦੀ ਗ੍ਰਿਫਤਾਰੀ ਦੇ ਆਦੇਸ਼ ਦੇ ਦਿੱਤੇ ਗਏ। ਉਹਨਾਂ ਨੂੰ ਸ਼ਹੀਦ ਜਿਹੜਾ ਹੈਗਾ ਕਰ ਦਿੱਤਾ ਗਿਆ। ਉਸ ਤੋਂ ਬਾਅਦ ਅਗਲਾ ਪ੍ਰਸ਼ਨ ਕੀ ਹੈ ਕਿ ਸੰਯੁਕਤ ਰਾਸ਼ਟਰ ਸੰਘ ਤੇ ਨੋਟ ਲਿਖੋ, ਯਾਨੀ ਕਿ ਆ ਦੇਖ ਸਕਦੇ ਹੋ UNO ਤੇ ਠੀਕ ਹੈ ਜੀ ਨੋਟ ਲਿਖੋ। ਤਾਂ ਦੇਖੋ ਦੋਸਤੋ ਜਿਹੜਾ ਹੈਗਾ ਸੰਯੁਕਤ ਰਾਸ਼ਟਰ ਸੰਘ ਜਿਹੜਾ ਹੈਗਾ ਵਾ ਉਹ ਨਾਮੀ ਅੰਤਰਰਾਸ਼ਟਰੀ ਯਾਨੀ ਕਿ ਇੰਟਰਨੈਸ਼ਨਲ ਸੰਸਥਾ ਵਾ, ਜਿਸ ਦਾ ਜਿਹੜਾ ਹੈਗਾ ਜਨਮ 24 ਅਕਤੂਬਰ ਮਤਲਬ ਸੰਸਥਾ ਜਿਹੜੀ ਹੈਗੀ ਸਥਾਪਨਾ ਜਿਹੜੀ ਕੀਤੀ ਆ 24 ਅਕਤੂਬਰ 1945 ਨੂੰ ਹੋਇਆ ਵਾ। ਠੀਕ ਹੈ। ਜਿਸ ਦੇ ਦੋਸਤੋ ਮੁੱਢਲੇ 51 ਮੈਂਬਰ ਸਨ ਅਤੇ ਭਾਰਤ ਵੀ ਸੰਯੁਕਤ ਰਾਸ਼ਟਰ ਦਾ ਜਿਹੜਾ ਹੈਗਾ ਮੁੱਢਲਾ ਮੈਂਬਰ ਹੈ। ਸੰਯੁਕਤ ਰਾਸ਼ਟਰ ਸੰਘ ਦਾ ਦੋਸਤੋ ਜਿਹੜਾ ਹੈਗਾ ਕੰਮ ਵਿਸ਼ਵ ਸ਼ਾਂਤੀ ਸਥਾਪਿਤ ਕਰਨਾ ਅਤੇ ਲੜਾਈਆਂ ਨੂੰ ਰੋਕਣਾ ਹੈ। ਇਸ ਸਮੇਂ ਦੋਸਤੋ ਜਿਹੜਾ ਹੈਗਾ ਇਸ ਦੇ 193 ਮੈਂਬਰ ਹਨ। ਇਸ ਦੀ ਇੱਕ ਪਾਰਲੀਮੈਂਟ ਵੀ ਹੈ, ਜਿਸ ਵਿੱਚ ਹਰ ਦੇਸ਼ ਨੂੰ ਦੋਸਤੋ ਇੱਕ ਵੋਟ, ਇੱਕ ਬਰਾਬਰ ਮੌਤ ਦਾ ਅਧਿਕਾਰ ਮਿਲਿਆ ਹੋਇਆ ਹੈ। ਇਸ ਪਾਰਲੀਮੈਂਟ ਨੂੰ ਦੋਸਤੋ ਮਹਾਸਭਾ ਦਾ ਨਾਂ ਦਿੱਤਾ ਗਿਆ ਹੈ। ਇਸ ਵਿੱਚ ਸਾਰੇ ਦੇਸ਼ਾਂ ਦੇ ਇਹ ਮੈਂਬਰ ਦੁਨੀਆ ਦੀਆਂ ਜਿਹੜੀ ਹੈਗਾ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਵਿੱਚ ਭਾਗ ਲੈਂਦੇ ਹਨ ਅਤੇ ਮਹਾਸਭਾ ਦੀ ਇੱਕ ਪ੍ਰਧਾਨ ਹੁੰਦਾ ਹੈ। ਠੀਕ ਹੈ ਜੀ। ਸੰਯੁਕਤ ਰਾਸ਼ਟਰ ਦਾ ਇੱਕ ਜਿਹੜਾ ਹੈਗਾ ਦਫ਼ਤਰ ਹੁੰਦਾ ਹੈ, ਜਿਸ ਨੂੰ ਜਿਹੜਾ ਹੈਗਾ ਸਕੱਤਰੇਟ ਕਹਿੰਦੇ ਹਨ। ਸਕੱਤਰੇਟ ਦੇ ਮੁਖੀ ਨੂੰ ਦੋਸਤੋ ਮਹਾਸਭਾ ਜਿਹੜਾ ਹੈਗਾ ਤਾਂ ਇਸ ਨੂੰ ਦੋਸਤੋ ਕੀ ਕਹਿੰਦੇ ਹਨ, ਇਸ ਨੂੰ ਮਹਾ ਸਕੱਤਰ ਕਿਹਾ ਜਾਂਦਾ ਹੈ। ਮੀਟਿੰਗਾਂ ਦੀ ਦੋਸਤੋ ਕਾਰਵਾਈ ਸਕੱਤਰ ਜਨਰਲ ਦੇ ਜਿਹੜੇ ਹੈਗੇ ਆ ਦੇਖ ਰੇਖ ਵਿੱਚ ਹੁੰਦੀ ਹੈ। ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਫੈਲੇ ਜਿਹੜੇ ਹੈਗੇ ਫੈਸਲੇ ਦੋਸਤੋ ਠੀਕ ਹੈ ਜੀ, ਉਹਨਾਂ ਦੇ ਜਿਹੜੇ ਫੈਸਲੇ ਮੈਂਬਰ ਦੀ ਸਲਾਹ ਨਾਲ ਲਾਏ ਜਾਂਦੇ ਹਨ। ਸੰਯੁਕਤ ਰਾਸ਼ਟਰ ਦੇ ਜਿਹੜੇ ਹਰ ਅੰਗ ਮਹਾਸਭਾ, ਸੁਰੱਖਿਆ ਪਰਿਸ਼ਦ, ਆਰਥਿਕ ਅਤੇ ਦੋਸਤੋ ਸਮਾਜਿਕ ਕੌਂਸਲ ਅਤੇ ਦੋਸਤੋ ਆਪਣਾ ਟਰਸਟੀਸ਼ਿਪ ਕੌਂਸਲ, ਅੰਤਰਰਾਸ਼ਟਰੀ ਅਦਾਲਤ ਅਤੇ ਸਕੱਤਰੇਟ। ਅੱਗੇ ਹੈ ਦੋਸਤੋ ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ। ਇਸ ਕਥਨ ਦੀ ਵਿਆਖਿਆ ਕਰੋ। ਤਾਂ ਦੇਖੋ ਭਾਰਤ ਸਮਾਜ ਵਿੱਚ ਵੱਖ-ਵੱਖ ਧਰਮ ਦੇ ਨਸਲਾਂ ਦੇ ਲੋਕ ਰਹਿੰਦੇ ਹਨ। ਅੰਗਰੇਜ਼ਾਂ ਦੁਆਰਾ ਚਲਾਈ ਗਈ ਜਿਹੜੀ ਹੈਗੀ ਪਾੜੋ ਤੇ ਰਾਜ ਕਰੋ ਦੀ ਜਿਹੜੀ ਹੈਗੀ ਨੀਤੀ ਕਾਰਨ ਭਾਰਤੀ ਸਮਾਜ ਦੇ ਦੋ ਵੱਡੇ ਵਰਗ ਹਿੰਦੂ ਤੇ ਮੁਸਲਮਾਨ ਵਿੱਚ ਧਾਰਮਿਕ ਜਿਹੜੀ ਹੈਗੀ ਫਿਰਕਾ ਪ੍ਰਸਤੀ ਪੈਦਾ ਜਿਹੜੀ ਹੈਗੀ ਕਰ ਦਿੱਤੀ ਗਈ ਸੀ। ਸੰਵਿਧਾਨ ਲਿਖਣ ਵਾਲਿਆਂ ਨੇ ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਭਾਰਤ ਨੂੰ ਧਰਮ ਨਿਰਪੱਖ ਰਾਜ ਬਣਾਉਣ ਦੀ ਕੋਸ਼ਿਸ਼ ਕੀਤੀ। ਧਰਮ ਨਿਰਪੱਖ ਸ਼ਬਦ ਸੰਵਿਧਾਨ 42ਵੇਂ ਸੋਧ ਦੁਆਰਾ 1976 ਵਿੱਚ ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਜੋੜਿਆ ਗਿਆ ਹੈ। ਇਸ ਦੇ ਅਨੁਸਾਰ ਇੱਕ ਵਿਅਕਤੀ ਨੂੰ ਧਾਰਮਿਕ ਆਜ਼ਾਦੀ ਦਿੱਤੀ ਗਈ ਹੈ ਕਿ ਉਹ ਆਪਣੀ ਇੱਛਾ ਅਨੁਸਾਰ ਧਾਰਮਿਕ ਵਿਸ਼ਵਾਸ ਰੱਖ ਸਕਦਾ ਹੈ। ਧਰਮ ਤੇ ਰਾਜਨੀਤੀ ਨੂੰ ਦੋਸਤੋ ਵੱਖ-ਵੱਖ ਕਰ ਦਿੱਤਾ ਗਿਆ ਹੈ। ਕਿਸੇ ਵੀ ਜਿਹੜਾ ਹੈਗਾ ਵਾ ਕਿਸੇ ਵੀ ਧਰਮ ਨੂੰ ਭਾਰਤ ਵਿੱਚ
ਰਾਜ ਧਰਮ ਜਿਹੜਾ ਹੈਗਾ ਕਰਾਰ ਨਹੀਂ ਦਿੱਤਾ ਗਿਆ ਹੈ। ਠੀਕ ਹੈ, ਤੇ ਹਰ ਇੱਕ ਵਿਅਕਤੀ ਨੂੰ ਧਾਰਮਿਕ ਆਜ਼ਾਦੀ ਦਿੱਤੀ ਗਈ ਹੈ। ਉਹ ਆਪਣੀ ਇੱਛਾ ਅਨੁਸਾਰ ਧਾਰਮਿਕ ਵਿਸ਼ਵਾਸ ਰੱਖ ਸਕਦਾ ਹੈ ਤੇ ਜਿਹੜਾ ਹੈਗਾ ਉਪਾਸਨਾ ਕਰ ਸਕਦਾ ਹੈ। ਤੇ ਅਗਲਾ ਹੈ ਦੋਸਤੋ ਤੁਹਾਡਾ ਭਾਗ ਆਹਾ ਤਾਂ ਸਰੋਤ ਆਧਾਰਿਤ ਪ੍ਰਸ਼ਨ ਹਨ, ਯਾਨੀ ਕਿ ਪ੍ਰਸ਼ਨਾਂ ਦੇ ਸੰਖੇਪ ਉੱਤਰ, ਮਤਲਬ ਪੈਰੇ ਨੂੰ ਪੜ੍ਹੋ ਤੇ ਫਿਰ ਥੱਲੇ ਉੱਤਰ ਦਿਓ। ਠੀਕ ਹੈ ਜੀ, ਤਾਂ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਆਹ ਜਿਹੜੇ ਹੈਗੇ ਆ ਪੈਰੇ ਨੂੰ ਪੜ੍ਹ ਲਓ। ਠੀਕ ਹੈ ਜੀ, ਫਿਰ ਉੱਤਰ ਇਸ ਦੇ ਆਪਾਂ ਦੇਖਦੇ ਹਾਂ। ਤਾਂ ਦੋਸਤੋ ਵੀਡੀਓ ਨੂੰ ਮੈਂ ਵੀ ਰੋਕ ਦਿੰਦਾ, ਪੜ੍ਹ ਲੈ। ਤਾਂ ਦੋਸਤੋ ਦੇਖੋ ਇਸ ਦਾ ਜਿਹੜਾ ਆਨਸਰ ਮੈਨੂੰ ਲੱਗਿਆ ਵਾ ਪਹਿਲਾਂ ਪਤਾ ਕਿ ਬਈ ਜਿਹੜਾ ਹੈਗਾ ਪੂਰਬ ਦਿਸ਼ਾ ਵਿੱਚ ਵਗਣ ਵਾਲੀ ਕੋਈ ਦੋ ਨਦੀਆਂ ਦੇ ਨਾਮ ਲਿਖੋ। ਤਾਂ ਇਹ ਲੱਗ ਰਿਹਾ ਵਾ ਮਹਾਨਦੀ ਤੇ ਗੋਦਾਵਰੀ। ਠੀਕ ਹੈ ਜੀ, ਆਹ ਲਿਖ ਦੇਣਾ ਵਾ। ਤੇ ਅੱਗੇ ਹੈ ਦੋਸਤੋ ਪੂਰਬੀ ਤੱਟ ਦੇ ਕਿਸ ਭਾਗ ਨੂੰ ਜਿਹੜਾ ਹੈਗਾ ਕੋਰੋਮੰਡਲ ਤੱਟ ਆਖਿਆ ਜਾਂਦਾ ਹੈ। ਤਾਂ ਦੋਸਤੋ ਦੇਖ ਸਕਦੇ ਹੋ ਕਿ ਇਸ ਦਾ ਜਿਹੜਾ ਆਨਸਰ ਮੈਨੂੰ ਜਿੱਥੇ ਤੱਕ ਲੱਗਿਆ ਵਾ, ਠੀਕ ਹੈ ਜੀ, ਉਸ ਨੂੰ ਆਹ ਦੇਖ ਸਕਦੇ ਹੋ ਇੱਥੇ ਕਿ ਕ੍ਰਿਸ਼ਨਾ ਨਦੀ ਦੇ ਡੈਲਟੇ ਤੋਂ ਕੰਨਿਆ ਕੁਮਾਰੀ ਤੱਕ ਨੂੰ, ਠੀਕ ਹੈ, ਜਿਹੜਾ ਹੈਗਾ ਵਾ ਕੀ ਕਹਿੰਦੇ ਹਨ, ਉਸ ਨੂੰ ਕੋਰੋਮੰਡਲ ਤੱਟ ਕਹਿੰਦੇ ਹਨ। ਠੀਕ ਹੈ ਜੀ, ਇਸ ਤਰ੍ਹਾਂ ਆਪਾਂ ਲਿਖ ਸਕਦੇ ਹਾਂ। ਤੇ ਅੱਗੇ ਦੋਸਤੋ ਆਪਣਾ ਪ੍ਰਸ਼ਨ ਕਿ ਜਿਹੜਾ ਹੈਗਾ ਆਪਣਾ ਪੁਲੀਕਟ ਝੀਲ ਭਾਰਤ ਦੇ ਕਿਸ ਤੱਟੀ ਮੈਦਾਨ ਵਿੱਚ ਹੈ। ਤਾਂ ਦੋਸਤੋ ਇਸ ਦਾ ਜਿਹੜਾ ਆਨਸਰ ਹੈ ਜਿੱਥੇ ਤੱਕ ਮੈਨੂੰ ਲੱਗ ਰਿਹਾ ਕਿ ਕੋਰੋਮੰਡਲ ਤੱਟ 'ਤੇ ਹੈਗਾ ਵਾ। ਠੀਕ ਹੈ, ਬਾਕੀ ਤੁਹਾਨੂੰ ਕੀ ਲੱਗ ਰਿਹਾ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ। ਤੇ ਅੱਗੇ ਦੋਸਤੋ ਭਾਰਤ ਦੀ ਸਭ ਤੋਂ ਵੱਡੀ ਖਾਰੇ ਪਾਣੀ ਦੀ ਝੀਲ ਦਾ ਨਾਮ ਕੀ ਹੈ। ਤਾਂ ਦੋਸਤੋ ਇਸ ਦਾ ਜਿਹੜਾ ਆਨਸਰ ਹੈ ਦੇਖ ਸਕਦੇ ਹੋ ਉੜੀਸਾ ਵਿੱਚ ਜਿਹੜੀ ਹੈਗੀ ਝਿਲਕਾ ਝੀਲ ਖਾਰੇ ਪਾਣੀ ਦੀ ਭਾਰਤ ਦੀ ਦੋਸਤੋ ਸਭ ਤੋਂ ਵੱਡੀ ਝੀਲ ਹੈ। ਪਾਈ ਨਹੀਂ, ਇੱਥੇ ਪਾਣੀ ਹੈ। ਠੀਕ ਹੈ ਜੀ, ਪਾਣੀ ਭਾਰਤ ਦੀ ਦੋਸਤੋ ਜਿਹੜੀ ਹੈਗੀ ਸਭ ਤੋਂ ਵੱਡੀ ਝੀਲ ਹੈ। ਠੀਕ ਹੈ, ਤੇ ਇਸ ਤੋਂ ਬਾਅਦ ਦੋਸਤੋ ਹੁਣ ਅਗਲਾ ਹੈਗਾ ਤੁਹਾਡਾ ਇਹ। ਠੀਕ ਹੈ ਜੀ, ਤਾਂ ਇਸ ਨੂੰ ਵੀ ਇੱਥੇ ਤੱਕ ਲੈ ਕੇ ਇੱਥੇ ਤੱਕ ਰੀਡ ਕਰੋ। ਠੀਕ ਹੈ ਜੀ, ਫਿਰ ਥੱਲੇ ਵੀ ਦਿੱਤਾ ਹੋਇਆ ਵਾ। ਠੀਕ ਹੈ, ਇਸ ਨੂੰ ਵੀ ਇੱਥੇ ਤੋਂ ਲੈ ਕੇ ਇੱਥੇ ਤੱਕ ਰੀਡ ਕਰ ਲਓ। ਠੀਕ ਹੈ ਜੀ, ਸਭ ਤੋਂ ਪਹਿਲਾਂ ਆ ਜਿਹੜਾ ਉੱਪਰ ਵਾਲਾ ਹੈਗਾ ਇਸ ਨੂੰ ਰੀਡ ਕਰ ਲਓ ਸਕਰੀਨ ਰੋਕ ਕੇ। ਠੀਕ ਹੈ, ਆਹ ਤੁਸੀਂ ਰੀਡ ਕਰ ਲਿਆ ਹੋਣਾ। ਠੀਕ ਹੈ ਜੀ, ਤੇ ਹੁਣ ਥੱਲੇ ਵਾਲਾ ਰੀਡ ਕਰ ਲਓ ਜਦ ਤੱਕ ਮੈਂ ਵੀ ਇਸ ਸਕਰੀਨ ਨੂੰ ਰੋਕ ਕੇ ਰੀਡ ਕਰ ਲੈਣਾ। ਤਾਂ ਦੋਸਤੋ ਇਹ ਪੈਰੇ ਨੂੰ ਤੁਸੀਂ ਪੜ੍ਹ ਲਿਆ ਹੋਣਾ, ਮੈਂ ਵੀ ਪੜ੍ਹ ਲਿਆ ਵਾ। ਤਾਂ ਦੇਖੋ ਦੋਸਤੋ ਇਸ ਦਾ ਜਿਹੜਾ ਪਹਿਲਾ ਆਨਸਰ ਜਿਵੇਂ ਕਿ ਸ਼੍ਰੀ ਗੁਰੂ ਅਮਰਦਾਸ ਜੀ ਕਿੰਨੂ ਸਾਲ ਅਤੇ ਕਦੋਂ ਤੋਂ ਕਦੋਂ ਤੱਕ ਜਿਹੜੇ ਹੈਗਾ, ਠੀਕ ਹੈ, ਕਦੋਂ ਸਾਲ ਸਿੱਖ ਧਰਮ ਦੀ ਅਗਵਾਈ ਕੀਤੀ। ਤਾਂ ਦੋਸਤੋ ਇਸ ਦਾ ਜਿਹੜਾ ਆਨਸਰ ਹੈ ਇਹ ਉੱਪਰ ਆ ਜਾਏਗਾ। ਤਾਂ ਦੇਖ ਸਕਦੇ ਹੋ ਕਿ ਸ਼੍ਰੀ ਗੁਰੂ ਅਮਰਦਾਸ ਜੀ ਨੇ 1552 ਈਸਵੀ ਤੋਂ ਜਿਹੜੇ ਹੈਗੇ ਆ 1576 ਈਸਵੀ ਤੱਕ 22 ਸਾਲ ਸਿੱਖ ਧਰਮ ਦੀ ਜਿਹੜੀ ਹੈਗੀ ਅਗਵਾਈ ਕੀਤੀ। ਠੀਕ ਹੈ ਜੀ, ਤਾਂ ਇਸ ਦਾ ਪਹਿਲਾ ਆਨਸਰ ਹੋ ਜਾਏਗਾ। ਉਸ ਤੋਂ ਬਾਅਦ ਹੈ ਦੋਸਤੋ ਗੋਇੰਦਵਾਲ ਵਿੱਚ ਬਾਉਲੀ ਦਾ ਨਿਰਮਾਣ ਕਿਸ ਗੁਰੂ ਸਾਹਿਬ ਨੇ ਕਰਵਾਇਆ। ਤਾਂ ਦੋਸਤੋ ਇਸ ਦਾ ਜਿਹੜਾ ਆਨਸਰ ਹੈ ਦੇਖ ਸਕਦੇ ਹੋ ਇਹਦੇ ਵਿੱਚ ਜਿਹੜਾ ਹੈਗਾ ਵਾ, ਹਾਂਜੀ, ਤਾਂ ਦੇਖੋ ਦੋਸਤੋ ਇਸ ਦਾ ਆਨਸਰ ਜਿਵੇਂ ਕਿ ਸ਼੍ਰੀ ਗੁਰੂ ਅਮਰਦਾਸ ਜੀ ਨੇ 1552 ਈਸਵੀ ਵਿੱਚ, ਠੀਕ ਹੈ ਜੀ, ਇੱਥੇ ਬਾਉਲੀ ਦਾ ਨਿਰਮਾਣ ਸ਼ੁਰੂ ਕਰਵਾਇਆ। ਠੀਕ ਹੈ, ਤਾਂ ਇਸ ਤੋਂ ਬਾਅਦ ਹੁਣ ਅਗਲਾ ਪ੍ਰਸ਼ਨ ਹੈ ਆਪਣਾ ਕਿ ਸ਼੍ਰੀ ਗੁਰੂ ਅਮਰਦਾਸ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਦੀ ਰਚਨਾ ਕੀਤੀ। ਇੱਥੇ ਦੋਸਤੋ 22 ਨੀਗਾ, ਇੱਥੇ ਬਾਣੀ ਲਿਖਣਾ ਵਾ। ਠੀਕ ਹੈ, ਮਿਸਟੇਕ ਹੈ ਇੱਥੇ ਪ੍ਰਿੰਟਿੰਗ ਦੇ ਵਿੱਚ। ਤਾਂ ਦੋਸਤੋ ਦੇਖ ਲਓ ਆਪ ਨੇ ਜਿਹੜਾ ਹੈਗਾ 17 ਰਾਗ ਵਿੱਚ 900 ਸ਼ਬਦਾਂ ਵਿੱਚ ਜਿਹੜੀ ਹੈਗਾ ਰਚਨਾ ਕੀਤੀ। ਠੀਕ ਹੈ ਜੀ, ਤਾਂ ਇਹ ਆ ਜਾਏਗਾ ਦੋਸਤੋ ਆਪਣੇ 17 ਰਾਗਾਂ ਵਿੱਚ, ਠੀਕ ਹੈ, 907 ਸ਼ਬਦਾਂ ਵਿੱਚ ਜਿਹੜੀ ਹੈਗੀ ਰਚਨਾ ਕਰਕੇ ਦੋਸਤੋ ਇਸ ਪੋਥੀ ਵਿੱਚ ਸ਼ਾਮਿਲ ਕੀਤੇ। ਠੀਕ ਹੈ, ਤਾਂ ਇਸ ਦਾ ਆਨਸਰ ਇਹ ਹੋ ਜਾਏਗਾ। ਉਸ ਤੋਂ ਬਾਅਦ ਦੋਸਤੋ ਆਪਣਾ ਹੈ ਕਿ ਮੰਜੀਦਾਰ ਤੋਂ ਕੀ ਭਾਵ ਹੈ। ਤਾਂ ਦੇਖੋ ਦੋਸਤੋ ਮੰਜੀਦਾਰ, ਠੀਕ ਹੈ ਜੀ, ਤਾਂ ਇੱਥੇ ਇਸ ਦਾ ਆਨਸਰ ਆਹ ਲਿਖਿਆ ਹੋਇਆ ਵਾ, ਹਾਂਜੀ। ਤਾਂ ਦੇਖੋ ਦੋਸਤੋ ਜਿਹੜੇ ਹੈਗੇ ਆ ਮੰਜੀਆਂ ਦੇ ਮੁਖੀ ਨੂੰ ਦੋਸਤੋ ਮੰਜੀਦਾਰ ਕਿਹਾ ਜਾਂਦਾ ਸੀ। ਇਹ ਮੰਜੀਦਾਰ ਦੋਸਤੋ ਸੰਗਤਾਂ ਤੋਂ ਭੇਟਾਵਾ ਇਕੱਠੀਆਂ ਕਰਕੇ ਗੁਰੂ ਘਰ ਤੱਕ ਜਿਹੜੇ ਹੈਗੇ ਪਹੁੰਚਾਉਂਦੇ ਸਨ। ਠੀਕ ਹੈ ਜੀ, ਤਾਂ ਇਸ ਦਾ ਆਨਸਰ ਵੀ ਹੋ ਗਿਆ ਮੰਜੀਦਾਰ ਤੋਂ। ਅੱਗੇ ਦੋਸਤੋ ਅੱਗੇ ਤੁਹਾਡਾ ਭਾਗ ਕੱਕਾ ਨਕਸ਼ੇ ਨਾਲ ਸੰਬੰਧਿਤ ਪ੍ਰਸ਼ਨ ਹੋਣਗੇ। ਠੀਕ ਹੈ ਜੀ, ਤਾਂ ਇੱਕ ਭੂਗੋਲ ਦੇ ਵਿੱਚ ਤੁਹਾਨੂੰ ਨਕਸ਼ਾ ਆਊਗਾ ਕਿ ਭਾਰਤ ਦੇ ਨਕਸ਼ੇ ਵਿੱਚ ਦੋਸਤੋ ਕੋਈ 4 ਸਥਾਨ ਭਰੋ। ਠੀਕ ਹੈ ਜੀ, ਆਹ ਲਿਖੇ ਹੋਣ ਤੇ ਤੁਹਾਨੂੰ ਦੋਸਤੋ ਜਿਹੜਾ ਹੈਗਾ ਨਕਸ਼ਾ ਦਿੱਤਾ ਜਾਊਗਾ, ਮੈਪ ਦਿੱਤਾ ਜਾਊਗਾ, ਉਸ ਦੇ ਵਿੱਚ ਆਹ ਤੁਹਾਨੂੰ ਸਥਾਨ, ਠੀਕ ਹੈ, ਦਰਸਾਉਣੇ ਪੈਣਗੇ ਕਿ ਕਿੱਥੇ ਕਿੱਥੇ ਹੈਗੇ ਨੇ। ਠੀਕ ਹੈ ਜੀ, ਇਹਦੀ ਤਿਆਰੀ ਤੁਸੀਂ ਦੋਸਤੋ ਇਹਦੀ ਕੋਈ ਚਿੰਤਾ ਵਾਲੀ ਗੱਲ ਨਹੀਂ ਹੈਗੀ, ਇਹ ਦੋਸਤੋ ਫਰੈਂਡਸ ਵਗੈਰਾ ਤੋਂ ਪੁੱਛ ਕੇ, ਠੀਕ ਹੈ ਜੀ, ਨਾਲ ਹੀ ਕਰ ਸਕਦੇ ਹੋ। ਇਹਦਾ ਕੋਈ ਔਖਾ ਨਹੀਂ ਹੁੰਦਾ, ਬਾਕੀ ਟੀਚਰ ਵਗੈਰਾ ਵੀ ਦੱਸ ਦਿੰਦੇ ਆ। ਠੀਕ ਹੈ ਜੀ, ਤੇ ਇਹਦੇ ਵਿੱਚ ਦੋਸਤੋ ਫਿਰ ਇਸ ਤੋਂ ਬਾਅਦ ਤੁਹਾਨੂੰ ਇੱਕ ਹੋਰ ਪ੍ਰਸ਼ਨ ਹੋਏਗਾ। ਠੀਕ ਹੈ ਜੀ, ਇਤਿਹਾਸ ਦੇ ਵਿੱਚ ਵੀ ਤੁਹਾਨੂੰ ਇੱਕ ਆਏਗਾ, ਜਿਵੇਂ ਕਿ ਦਿੱਤਾ ਹੈ ਕਿ ਪੰਜਾਬ ਵਿੱਚ 1947 ਤੋਂ ਪਹਿਲਾਂ ਦੇ ਨਕਸ਼ੇ ਵਿੱਚ ਕੋਈ 4 ਸਥਾਨ ਭਰੋ, ਜਿਵੇਂ ਕਿ ਸਿੰਧ, ਸਤਲੁਜ, ਠੀਕ ਹੈ, ਸੁਲੇਮਾਨਕੀ ਦੀਆਂ ਪਹਾੜੀਆਂ। ਠੀਕ ਹੈ, ਇਸ ਤੋਂ ਬਾਅਦ ਦੋਸਤੋ ਦਰਾ ਖੈਬਰ, ਠੀਕ ਹੈ, ਤੇ ਆਪਣਾ ਬਿਆਸ। ਠੀਕ ਹੈ, ਇਸ ਤਰ੍ਹਾਂ ਫਿਰ ਦੋਸਤੋ ਇਹ ਤੁਹਾਨੂੰ ਮੈਪ ਵੀ ਦਿੱਤਾ ਜਾਏਗਾ ਕਿ ਬਈ ਆਹ ਮੈਪ ਦੇ ਵਿੱਚ ਆਹ ਸਥਾਨ ਨੂੰ ਦਰਸਾਓ। ਠੀਕ ਹੈ, ਬਾਕੀ ਇਹ ਦੋਸਤੋ ਪੁੱਛ ਗਿੱਛ ਕੇ ਹੋ ਜਾਏਗਾ, ਐਡੀ ਕੋਈ ਔਖੀ ਗੱਲ ਨਹੀਂ ਹੁੰਦੀ। ਤੇ ਇੱਥੇ ਹੀ ਦੋਸਤੋ ਤੁਹਾਡਾ ਪੇਪਰ ਜਿਹੜਾ ਹੈਗਾ ਸਮਾਪਤ ਹੋ ਗਿਆ। SST ਦਾ ਇਹ ਪੇਪਰ ਸੀਗਾ 9ਵੀਂ ਕਲਾਸ ਵਾਲਿਆਂ ਦਾ। ਠੀਕ ਹੈ ਜੀ, ਤੇ ਪੂਰਾ ਸੋਲਵ ਕੀਤਾ ਹੋਇਆ। ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ, ਚੈਨਲ ਤੇ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ। ਬਾਕੀ ਤੁਹਾਡੀ ਕੋਈ ਕੁਐਰੀ ਹੈ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਸਕਦੇ ਹੋ, ਇੰਸਟਾ ID ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਵਾ। ਬਾਕੀ ਦੋਸਤੋ ਆਹ ਐਜ਼ ਅ ਇੰਪੋਰਟੈਂਟ ਕੁਐਸਚਨ ਮੰਨ ਕੇ ਤਿਆਰੀ ਕਰ ਲਓ। ਠੀਕ ਹੈ, ਤੇ ਬਾਕੀ ਜਿਹੜੇ ਆਪਣੀ ਤੁਸੀਂ ਗਾਈਡ ਜਾਂ ਬੁੱਕ ਵਗੈਰਾ ਤੋਂ ਵੀ ਰੀਡਿੰਗ ਪੜ੍ਹ ਸਕਦੇ ਹੋ। ਠੀਕ ਹੈ।